ਚੜ੍ਹਨੀ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਜਿਹੜੇ ਜ਼ਿਆਦਾ ਬੰਦੇ ਚਰਬੀ ਖਤਮ ਕਰਕੇ ਦੁਬਾਰਾ ਨਹੀਂ ਨਾ ਕਰ ਸਕਦੇ, ਉੱਥੋਂ ਆ ਕੇ ਮਾਰ ਖਾਂਦੇ, ਲੰਮੇ ਨਹੀਂ ਉੱਡਦੇ। ਵੱਡੀ ਗੱਲ ਜ਼ਿਆਦਾ ਕੁੱਟ ਛੱਡਦੇ ਨੇ ਕਬੂਤਰਾਂ ਨੂੰ, ਉਹ ਵੀ ਗਲਤ ਹੈ। ਚਰਬੀ ਦੀ ਜ਼ਰੂਰਤ ਹੁੰਦੀ ਕਬੂਤਰ ਨੂੰ, ਪਾਣੀ ਦੀ ਜ਼ਰੂਰਤ ਹੁੰਦੀ ਹੈ, ਠੀਕ ਹੈ। ਇਹ ਜਦੋਂ ਉਡਾਉਂਦੇ ਨੇ ਨਾ ਪੱਟੀ ਵਾਲੇ ਕਬੂਤਰ, ਇਹ ਰਿਹਾਇਸ਼ ਦੇ ਕੇ ਉਡਾਉਂਦੇ ਨੇ, ਯਾਨੀ ਕਿ ਇੱਕ ਦਿਨ ਦਾ ਉਹਨਾਂ ਦਾ 12 ਘੰਟੇ ਦਾ ਪੀਰੀਅਡ ਤੇ ਉਹਦੀ ਉਹ ਰਿਹਾਇਸ਼ ਤੇ ਪਾਣੀ ਹੈ। ਫਿਰ ਨੰਬਰ 2, ਜਦੋਂ ਲੰਮਾ ਕਬੂਤਰ ਉਡਾਉਣਾ ਹੈ ਨਾ, ਮੈਂ ਵੀ ਇਹ ਤਜਰਬਾ ਕੀਤਾ ਹੈ, ਗੋਲੀ ਬੰਦ ਕਰਕੇ ਦੇਣੀ ਹੈ। ਜਦੋਂ ਤੁਸੀਂ ਗੋਲੀ ਬੰਦ ਕਰਕੇ ਦਿਓਗੇ ਨਾ, ਮਿਸਾਲ ਦੇ ਤੌਰ 'ਤੇ ਇੱਕ ਆਟੇ ਦੀ ਛੋਟੀ ਜਿਹੀ ਟਿੱਕੀ ਬਣਾਉਣੀ ਹੈ, ਉਹਦੇ 'ਚ ਫਰਜ਼ ਕਰੋ ਤੁਸੀਂ ਇੱਕ ਰੱਖ ਦਿੱਤੀ ਹੈ ਮੈਥੀ ਕੁਬਾਲ ਦਾ ਚੌਥਾ ਹਿੱਸਾ ਰੱਖ ਦਿੱਤਾ ਹੈ, ਪੱਠਿਆਂ ਨੂੰ ਤਾਕਤ ਦੇਗੀ। ਨਾਲ ਤੁਸੀਂ ਚੂੰਡੀ ਗਲੂਕੋਜ਼ ਰੱਖ ਦਿੱਤਾ ਹੈ, ਗੋਲੀ ਬੰਦ ਕਰਤੀ, ਬੰਦ ਕਰਕੇ ਤੇ ਉਹਨੂੰ ਹਲਕਾ ਜਿਹਾ ਸੇਕ ਦਿੱਤਾ ਹੈ, ਸਖਤ ਹੋ ਗਈ। ਫਿਰ ਇੱਕ ਰੈਪ ਉੱਤੇ ਕਰਨਾ ਗਲੂਕੋਜ਼ ਦੀ, ਇੱਕ ਆਟੇ ਦੀ ਨਾ ਛੋਟੀ ਜਿਹੀ ਕਰਕੇ ਤੇ ਉਹਦੇ ਉੱਤੇ ਹੋਰ, ਇਹ ਬਿਲਕੁਲ ਛੋਟੀ ਛੋਟੀਆਂ, ਯਾਨੀ 2-3 ਤੈਵਾਂ ਬਣਾ ਕੇ ਸੇਕ ਦੇਣੀਆਂ ਨੇ। ਐਡੀ ਗੋਲੀ ਬਣ ਜਾਏਗੀ, ਲੰਮੀ ਕਰ ਲੈਣੀ, ਐਡੀ ਗੋਲੀ ਬਣ ਜਾਏਗੀ, ਸੇਕ ਦੇਣਾ। ਸੇਕੀ ਗੋਲੀ ਦਾ ਇਹ ਆ ਕਿ ਲੇਟ ਖੁੱਲੇਗੀ, ਸਖਤ ਹੋਏਗੀ। ਇੱਕ ਆਪਣਾ ਉਹ ਰਿਹਾਇਸ਼ ਜਿਹੜੀ ਦਿੱਤੀ ਹੈ ਉਹਦੇ ਤੇ ਉਹ 8-9 ਘੰਟੇ ਕੱਢ ਜਾਏਗਾ, ਉਸ ਤੋਂ ਬਾਅਦ 8-9 ਘੰਟਿਆਂ ਬਾਅਦ ਗੋਲੀ ਖੁੱਲ ਜਾਏਗੀ। ਉਹਦੇ 'ਚ ਤੁਹਾਡੀ ਮੈਥੀਕੋਬਾਲ ਵੀ ਆ ਗਈ, ਗਲੂਕੋਜ਼ ਵੀ, ਨਾ ਉਹਨੇ ਡੀਹਾਈਡਰੇਟ ਹੋਣਾ ਹੈ, ਨਾ ਉਹਨੇ ਪੱਠਿਆਂ ਨੂੰ ਕਮਜ਼ੋਰੀ ਹੋਣੀ ਹੈ। ਉਸ ਕਬੂਤਰ ਨੇ ਹੋਰ ਕੋਈ 4-6 ਘੰਟੇ ਕੱਢ ਜਾਣੇ ਨੇ। ਇੱਥੋਂ ਤੱਕ ਤੇ ਉਹ ਚਲਾ ਗਿਆ, ਹੁਣ ਹੋ ਗਿਆ ਖਤਮ, ਠੀਕ ਹੈ। ਹੁਣ ਉਹਦੀ ਕੰਮ ਆਉਣੀ ਉਹਦੀ ਚਰਬੀ, ਉਹਦੇ ਜਿਸਮ ਦੀ ਫੈਟ ਜਿਹੜੀ ਉਹਦੀ ਹੈ, ਉਨੀ ਦੇਰ ਤੱਕ ਉਹ ਆਪਣੀ ਜਿੰਨੀ ਦੇਰ ਤੱਕ ਉਹਦੀ ਫੈਟ ਕਲੀਅਰ ਨਹੀਂ ਹੋਏਗੀ ਨਾ, ਉਨੀ ਦੇਰ ਤੱਕ ਉਹ ਕਬੂਤਰ ਥੱਕੇਗਾ ਨਹੀਂ, ਉਹਦਾ ਪਾਣੀ ਮੁੱਕੇਗਾ ਨਹੀਂ, ਉਹਦੀ ਤਾਕਤ એનર્ਜੀ ਖਤਮ ਨਹੀਂ ਹੋਏਗੀ, ਕਬੂਤਰ ਬਹਿਗਾ ਨਹੀਂ। ਇਸ ਵਜ੍ਹਾ ਤੋਂ ਕਬੂਤਰ ਲੰਮਾ ਉੱਡ ਜਾਂਦੇ ਨੇ। ਔਰ ਮੈਂ 20 ਦਫਾ ਤਜਰਬਾ ਕੀਤੇ ਨੇ, ਮੈਂ ਜਿਸ ਕਬੂਤਰ ਨੂੰ ਆਟੇ 'ਚ ਬੰਦ ਕਰਕੇ ਗੋਲੀ ਦਿੱਤੀ ਹੈ ਨਾ, ਉਹ ਕਬੂਤਰ ਸ਼ਾਮ ਨੂੰ ਵੀ ਬੈਠਾ ਤੇ ਠਾਪਾ ਮਾਰ ਕੇ, ਗੋਲੀ ਮੈਂ ਨਹੀਂ ਦੱਸਣੀ ਕਿਹੜੀ ਮੈਂ ਦੇਣਾ, ਉਹਦੇ 'ਚ ਰੱਖ ਕੇ, ਉਹ ਮੋਟੀਵਾਲ ਕੋਈ ਨਹੀਂ, ਲੇਕਿਨ ਕਬੂਤਰ ਜਦੋਂ ਨਿਕਲੇਗਾ ਸ਼ਾਮ ਨੂੰ ਵੀ ਤੇ ਤਾੜਾਂ ਜ਼ਰੂਰ ਮਾਰੇਗਾ। ਤੇ ਇਹ ਬੜਾ ਵੱਡਾ ਕੁਲੀਆ, ਜਿਵੇਂ ਤਜਰਬਾ ਕਰੋ ਸਾਰੇ ਦੋਸਤ ਤੇ ਆਪੇ ਹੀ ਤੁਹਾਨੂੰ ਪਤਾ ਲੱਗ ਜਾਏਗਾ। ਲੇਕਿਨ ਤੁਹਾਡੀ ਗੋਲੀ ਫਰਕ ਹੈ ਨਾਲ? ਫਰਕ ਹੈ। ਬਾਹਰ ਦੀ ਨਹੀਂ, ਪਾਕਿਸਤਾਨ ਦੀ ਗੋਲੀ, ਬਾਹਰ ਦੀ ਮੈਂ ਬੜੀਆਂ ਚੀਜ਼ਾਂ ਵਰਤੀਆਂ, ਕੋਈ ਪ੍ਰੋਡਕਟ ਐਸੀ ਨਹੀਂ, ਕੋਈ ਕੰਪਨੀ ਐਸੀ ਨਹੀਂ ਜਿਹੜੀ ਮੈਂ ਨਹੀਂ ਇਸਤੇਮਾਲ ਕੀਤੀ, ਜਿੱਤੇ ਮੈਂ ਪੈਸੇ ਨਹੀਂ ਬਰਬਾਦ ਕੀਤੇ। ਭਾਵੇਂ ਉਹ ਵਰਸਾ ਲੱਗਾ ਹੈ ਤੇ ਭਾਵੇਂ ਰੋਹਨ ਫਰੈਂਡਸ, ਤੇ ਜਿਹੜੀ ਵੀ ਕੰਪਨੀ ਨਵੀਂ ਆਈ ਹੈ ਨਾ, ਮੈਂ ਤਜਰਬਾ ਕੀਤਾ। ਇਹਨਾਂ ਦੀ ਇੱਕ ਕਿੱਟ ਹੁੰਦੀ ਹੈ, ਉਹ 5-6 ਚੀਜ਼ਾਂ ਉਹਨਾਂ ਬਣਾਈਆਂ ਹੁੰਦੀਆਂ, ਕੋਈ ਬਿਮਾਰੀਆਂ ਦੀ, ਕੋਈ ਹਾਜ਼ਮੇ ਵਾਸਤੇ, ਤੇ ਕੋਈ ਆਪਣਾ ਬੂਸਟ ਕਰਨ ਵਾਸਤੇ, ਤੇ ਕੋਈ ਰਿਕਵਰੀ ਵਾਸਤੇ, ਇਹ 4-5 ਚੀਜ਼। ਲੇਕਿਨ ਸਾਰਿਆਂ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ, ਕਿਸੇ ਦੀ ਕੋਈ ਚੀਜ਼ ਚੰਗੀ, ਕਿਸੇ ਦੀ ਕੋਈ ਇੱਥੋਂ ਲਓ, ਕੋਈ ਇੱਧਰੋਂ ਲਓ, ਇੰਝ ਕਰਕੇ ਨਾ ਉਹ ਫਿਰ ਕੰਬੀਨੇਸ਼ਨ ਬਣਾ ਲਿਆ। ਅੱਛਾ ਚੋਈ ਸਾਹਿਬ, ਮੈਂ ਇੱਕ ਚੀਜ਼ ਸੁਣੀ ਸੀ, ਮੈਂ ਇੱਕ ਮਿੰਟ ਮਾਜ਼ਰਤ ਤੁਹਾਨੂੰ ਗੱਲ ਦੱਸਾਂ, ਸਭ ਤੋਂ ਪਹਿਲਾਂ ਪਾਕਿਸਤਾਨ 'ਚ ਔਨ ਦਾ ਰਿਕਾਰਡ ਆਈਡੀਅਲ ਗੋਲੀ ਲਿਆਉਣ ਵਾਲਾ ਬੰਦਾ ਵੀ ਮੈਂ ਆ। ਆਈਡੀਅਲ ਪਿਲਸ ਮੁਤਾਰਫ ਕਰਾਉਣ ਵਾਲਾ ਬੰਦਾ ਮੈਂ ਵਾਂ। ਜਦੋਂ ਸਟਾਰਟਿੰਗ 'ਚ ਨੈਟ ਆਏ ਸੀ ਨਾ, ਆਪਣਾ ਇਸਤੇਮਾਲ ਹੋਣ ਲੱਗ ਪਿਆ ਸੀ, ਤੇ ਸਭ ਤੋਂ ਪਹਿਲੀ ਵੀਡੀਓ YouTube ਦੇ ਉੱਤੇ ਮੇਰੀ ਜੇ, ਅੱਜ ਵੀ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ। ਤੇ ਜਾਂ ਜਿਹਨੇ ਪਹਿਲੇ ਵਕਤਾਂ 'ਚ ਵੇਖੀ ਹੈ ਨਾ, ਇਹ ਮੇਰਾ ਖਿਆਲ ਹੈ 21-22 ਦੀ ਜਾਂ ਇਸ ਤੋਂ ਬਾਅਦ ਦੀ ਥੋੜੀ ਗੱਲ ਹੈ। ਉਦੋਂ ਮੈਂ ਚਾੜੀ ਸੀ ਕਿ ਕਾਲੀ ਗੋਲੀ ਦੇ ਨਾਂ ਤੋਂ ਆਈਡੀਅਲ, ਤੇ ਉਹ ਆਈਡੀਅਲ ਗੋਲੀ ਉਸ ਤੋਂ ਬਾਅਦ ਫਿਰ ਪਾਕਿਸਤਾਨ 'ਚ ਆਉਣੀ ਸ਼ੁਰੂ ਹੋ ਗਈ। ਫਿਰ ਆਸਤਾ ਦੁਨੀਆ ਹੁਣ ਹਰ ਬੰਦਾ ਵਰਤਦਾ ਪਿਆ। ਤੁਸੀਂ ਉਧਰ ਬਹਿਰੀਨ ਵਰਤਦੇ ਸੀ? ਬਹਿਰੀਨ ਵੀ, ਇੱਥੇ ਵੀ ਮੈਂ ਭੇਜਦਾ ਰਿਹਾ ਵਾਂ। ਤੇ ਉਹ ਤੁਹਾਡੇ ਹੀ ਮਤਲਬ ਕਿ ਯਾਦ ਹੈਗੀ ਪਾਕਿਸਤਾਨ ਦੇ ਵਿੱਚ ਲਿਆਉਣ ਵਾਲਾ ਪਹਿਲਾ ਬੰਦਾ ਮੈਂ ਵਾਂ, ਆਈਡੀਅਲ ਜਿਹਦੀ ਵੀਡੀਓ ਵੀ ਮੈਂ ਹੀ ਬਣਾਈ ਹੈ ਪਹਿਲੀ, ਆਈਡੀਅਲ ਦੀ। ਆਈਡੀਅਲ ਗੋਲੀ ਅੱਜ ਵੀ ਚੱਲਦੀ ਪਈ। ਇਹਦੇ ਤਾਲੁਕ ਨਾਲ ਲੋਕੀ ਕਹਿੰਦੇ ਨੇ ਕਿ ਨਹੀਂ, ਐਡੀ ਕਾਰਾਮਦ ਨਹੀਂ ਹੈਗੀ, ਤਰੀਕਾ ਨਹੀਂ ਪਤਾ ਲੋਕਾਂ ਨੂੰ। ਇਹ ਪਤਾ ਹੋਵੇ ਕਿਸੇ ਹਜੇ ਤੱਕ ਲੋਕਾਂ ਨੂੰ ਮਿਕਦਾਰਾਂ ਦਾ ਨਹੀਂ ਪਤਾ ਕਿ ਕਿੰਨੀ ਦੇਣੀ, ਕਿੰਨੀ ਹੈ, ਪੂਰੀ ਦੇਣੀ, ਅੱਧੀ ਦੇਣੀ, ਕੋਈ ਵਾਪਸੀ ਤੇ ਦੇ ਰਿਹਾ, ਕੋਈ ਰੈਸਟ ਵਾਲੇ ਦਿਨ ਦੇ ਰਿਹਾ, ਕੋਈ ਖੁਰਾਕ 'ਚ ਦੇ ਰਿਹਾ, ਕੋਈ ਪਾਣੀ 'ਚ ਘੋਲ ਕੇ ਦੇ ਰਿਹਾ। ਟਾਈਮਿੰਗ ਦਾ ਬੜਾ ਫਰਕ ਹੁੰਦਾ ਹੈ। ਹਰ ਚੀਜ਼ ਲਾਉਣ ਵਾਸਤੇ ਤੁਹਾਨੂੰ ਪਰਫੈਕਟ ਟਾਈਮਿੰਗ, ਨੁਸਖਾ ਲਾਉਣ ਦਾ ਹਜੇ ਤੱਕ ਲੋਕਾਂ ਨੂੰ, ਮੈਂ ਕਹਿੰਦਾ ਵਾ ਜਿਹੜੇ ਚੈਂਪੀਅਨ ਖਿਡਾਰੀ 10% ਨੇ ਜਿਨ੍ਹਾਂ ਨੇ ਸਹੀ ਟਾਈਮਿੰਗ ਤੇ ਨੁਸਖਾ ਲਾਉਂਦੇ ਨੇ, 90% ਉਹਨਾਂ ਨੂੰ ਪਤਾ ਹੀ ਨਹੀਂ ਨੁਸਖਾ ਲਾਉਣਾ, ਨੁਸਖਾ ਕਿਸ ਟਾਈਮ ਲਾਣਾ। ਵਾਹ। ਤੇ ਇਹ ਚੀਜ਼ਾਂ ਡਿਸਕਲੋਜ਼ ਕਰਦੀ, ਬੜਾ ਫਰਕ ਪੈਂਦਾ ਕਬੂਤਰ ਦੀ ਪਰਵਾਜ਼ ਦੇ ਉੱਤੇ। ਟਾਈਮਿੰਗ ਦੇ ਨਾਲ ਅਗਰ ਐਡਜਸਟ ਕਰਕੇ ਲਾਓ ਜਿਸ ਬੰਦੇ ਨੇ, ਤੇ ਬੜਾ ਫਰਕ ਹੈ। ਸਹੀ ਗੱਲ। ਹਾਂ, ਪਹਿਲੀ ਗੱਲ ਤੁਹਾਨੂੰ ਪੁੱਛਾਂਗੇ, ਆਈਡੀਅਲ ਪਿਲ ਦਾ ਤਰੀਕਾ ਇਸਤੇਮਾਲ ਕੀ ਹੈ? ਮੈਂ ਇੱਕ ਸੈਕਿੰਡ ਵਿੱਚ ਫੋਨ ਦੁਬਈ ਤੋਂ ਹੀ ਦੱਸੋ ਜੀ। ਹਾਂਜੀ, ਤਰੀਕਾ ਇਸਤੇਮਾਲ ਦੱਸੋ ਸਰ। ਆਈਡੀਅਲ ਜਿਹੜੀ ਹੈ ਨਾ, ਸਭ ਤੋਂ ਚੰਗੀ ਸਾਡੇ ਕਬੂਤਰਾਂ ਨੂੰ
ਇਸਤੇਮਾਲ ਕਰਨ ਦਾ ਤਰੀਕਾ ਹੈ, ਦੁੱਧ ਵਿੱਚ 2 ਗੋਲੀਆਂ 11 ਕਬੂਤਰਾਂ ਨੂੰ, ਨਾਲ ਉਹਦੇ ਜਿਹੜੀਆਂ ਆਪਣਾ ਉਹੀ ਸੌਂਫ ਤੇ ਦਾਲਚੀਨੀ ਵਗੈਰਾ, ਜਿਹੜਾ ਰਾਤ ਨੂੰ ਉੱਡ ਕੇ ਆਵੇ ਜਿਸ ਦਿਨ ਕਬੂਤਰ, ਤੇ ਰਾਤ ਨੂੰ ਦਈਦਾ ਹੈ। ਇੱਕ ਉਹ ਕਬੂਤਰ ਇੱਕ ਗੋਲੀ? ਨਹੀਂ, ਦੁੱਧ 1 ਕੱਪ ਲੈਣਾ ਹੈ, ਠੀਕ ਹੈ, ਉਹ ਬੋਇਲ ਕਰ ਲਿਆ, ਉਹਦੇ 'ਚ 14 ਦਾਣੇ ਸੌਂਫ ਦੇ ਦਾਦਰ ਫਾਦਰ ਕਰਕੇ ਪਾ ਲਓ, 2 ਆਈਡੀਅਲ ਗੋਲੀਆਂ ਪਾ ਲਓ, 1 ਮੈਥਿਓਬਾਲ ਦੀ ਗੋਲੀ ਵਿੱਚ ਸੁੱਟ ਲਵੋ। ਜਦੋਂ ਦੁੱਧ ਕੋਸਾ ਹੋਵੇ, ਆਈਡੀਅਲ ਦਾ ਪਾਊਡਰ ਉਦੋਂ ਵਿੱਚ ਸੁੱਟਣਾ, ਫਿਰ ਹੱਲ ਹੋਏਗੀ, ਨਹੀਂ ਤੇ ਹੱਲ ਨਹੀਂ ਹੋਏਗੀ। ਤੇ ਕਬੂਤਰਾਂ ਨੂੰ 5-5 7-7 ਸੀਸੀ ਦੇ ਦਿਓ, ਤੇ ਦੁਆਵਾਂ 'ਚ ਮੈਨੂੰ ਯਾਦ ਕਰਨਾ। ਇਹ ਉਹ ਨੁਸਖਾ ਮੈਂ ਤੁਹਾਨੂੰ ਦੱਸ ਦਿੱਤਾ ਜੇ, ਸੰਭਾਲ ਕਿ ਜਿਹੜੇ ਕਬੂਤਰ ਲੋਕਾਂ ਨੇ ਅਗਲੇ ਦਿਨ ਖੁਰਾਕ ਲਈ ਫਿਰਦੇ ਨੇ ਨਾ, ਖਾਲੀ ਨਹੀਂ ਹੁੰਦੇ ਤੇ ਢਿੱਲੇ ਤੇ ਝੁੰਮਾ ਮਾਰ ਕੇ ਬੈਠੇ ਹੁੰਦੇ ਨੇ, ਇੰਝ ਫਰੈਸ਼ ਹੋਣਗੇ, ਅਗਲੀ ਬਾਜ਼ੀ ਵਾਸਤੇ ਤਿਆਰ ਹੋ ਜਾਣਗੇ। ਅਜੇ ਮੈਂ ਇਹਦੇ ਵਿੱਚ ਹੋਰ ਵੀ ਚੀਜ਼ਾਂ ਪਾਉਣਾ ਵਾ, ਲੇਕਿਨ ਮੈਂ ਇੰਨਾ ਕੁ ਦੱਸ ਦਿੱਤਾ ਹੈ ਕਿ ਲੋਕੀ ਜਿਹੜੇ ਨੇ ਨਾ ਇਹਦੇ ਨਾਲ ਵੀ ਕਬੂਤਰ ਆਪਣਾ ਸੈੱਟ ਕਰ ਲੈਣਗੇ, ਹਾਂ, ਫਾਇਦਾ ਚੁੱਕ ਲੈਣਗੇ, ਫਾਇਦਾ ਚੁੱਕ ਲੈਣਗੇ। ਬਿਹਤਰੀਨ ਇਹਦਾ ਤਰੀਕਾ। ਤੇ ਜਿਹੜੀ ਤੁਸੀਂ ਇੱਕ ਗੱਲ ਕੀਤੀ ਕਿ ਯਾਰ ਲੋਕਾਂ ਨੂੰ ਟਾਈਮਿੰਗ ਦਾ ਨਹੀਂ ਪਤਾ, ਰਾਹ ਹੈ ਜੀ, ਉਹ ਕੀ ਯਾਰ ਰੋਲ ਹੈਗਾ? ਬਸ ਕੋਈ ਟਾਈਮ ਹੁੰਦਾ ਹੈ, ਮੈਡੀਸਨ ਲਾਉਣ ਦਾ ਟਾਈਮ ਹੈ ਹੋਰ ਏ, ਦੇਸੀ ਨੁਸਖਾ ਪਾਣੀ ਜਿਹੜੇ ਕੋ ਮਜੂਨਾ ਵਗੈਰਾ ਲਾਉਂਦੇ ਨੇ ਉਹਨਾਂ ਦਾ ਟਾਈਮਿੰਗ ਹੋਰ ਏ, ਕੋਈ ਗਰਮ ਪਾਣੀ ਜਿਵੇਂ ਅਸੀਂ ਦੁਪਹਿਰਾਂ ਨੂੰ ਦਾਣੇ ਤੋਂ ਬਾਅਦ ਲੋਕ ਲਾਉਂਦੇ ਨੇ, ਐਸੇ ਤਰ੍ਹਾਂ ਹੀ ਮੁਖਤਲਿਫ ਚੀਜ਼ਾਂ ਦਾ ਮੁਖਤਲਿਫ ਟਾਈਮ ਹੈ। ਮੂਮਨ ਜ਼ਿਆਦਾਤਰ ਮੈਂ ਬੰਦਿਆਂ ਨੂੰ ਵੇਖਿਆ ਉਹ 10-11 ਵਜੇ ਵਿਹਲੇ ਹੁੰਦੇ ਨੇ, ਹਾਂ, ਜਾਨ ਛਡਾਉਂਦੇ ਨੇ ਸੌਣ ਵਾਸਤੇ। ਸੌਣ ਵਾਸਤੇ ਵੀ, ਔਰ ਇਹ ਵੀ ਕਹਿੰਦੇ ਨੇ ਕਬੂਤਰ ਨੂੰ ਰੈਸਟ ਮਿਲਣੀ ਚਾਹੀਦੀ। ਇਸੇ ਤਰ੍ਹਾਂ ਹੀ ਹੈ। ਤੇ ਬਹਰਹਾਲ ਇਹ ਆਪਣੇ ਆਪਣੇ ਕੁਲੀਏ ਨੇ, ਅੱਲਾਹ ਪਾਕ ਸਾਰਿਆਂ ਨੂੰ ਜਿਹੜਾ ਹੈ ਨਾ ਅੱਛਾ, ਅਕਲ ਦਿੱਤੀ। ਨੀਂਦ ਦੇ ਤਾਲੁਕ ਨਾਲ ਕੀ ਕਹੋਗੇ? ਕਬੂਤਰ ਨੂੰ ਨੀਂਦ ਦੇਣੀ ਚਾਹੀਦੀ? ਨੀਂਦ ਵਾਸਤੇ ਨਾ ਨੀਂਦ ਹੁੰਦੀ ਬੇਸਿਕਲੀ ਕਬੂਤਰ ਨੂੰ ਰਿਲੈਕਸ ਕਰਨਾ ਹੁੰਦਾ, ਉਹਦੇ ਪੱਠਿਆਂ ਨੂੰ ਸਕੂਨ, ਉਹਦੀਆਂ ਜਿਹੜੀਆਂ ਦਰਦਾਂ ਸ਼ਰਦਾਂ ਉਹ ਖਤਮ ਹੋ ਜਾਣ, ਉਹਨੂੰ ਸਕੂਨ ਹੋ ਜਾਏ ਤੇ ਉਹ ਆਪਣਾ ਰੀਫਰੈਸ਼ ਹੋ ਜਾਏ। ਉਹਦੇ ਵਾਸਤੇ ਮੈਂ ਤੁਹਾਨੂੰ ਦੱਸਣਾ ਵਾ, ਸਭ ਤੋਂ ਚੰਗੀ ਚੀਜ਼ ਜਿਹੜੀ ਹੈ ਨਾ, ਜਿਹਦੇ 'ਚ ਕਬੂਤਰ ਦੀ ਨੀਂਦ ਵੀ ਪੂਰੀ ਹੋ ਜਾਏਗੀ, ਰਿਲੈਕਸ ਵੀ ਹੋ ਜਾਏਗਾ, ਪੱਠੇ ਵੀ ਫਰੈਸ਼ ਹੋ ਜਾਣਗੇ, ਉਹ ਹੈ ਮੈਗਨੀਸ਼ੀਅਮ। ਮੈਗਨੀਸ਼ੀਅਮ, ਵਾਹ, ਮੈਗਨੀਸ਼ੀਅਮ ਤੋਂ ਚੰਗੀ ਕੋਈ ਚੀਜ਼ ਨਹੀਂ। ਜੇ ਬੰਦੇ ਨੂੰ ਨੀਂਦ ਨਾ ਆਉਂਦੀ ਉਹ ਵੀ ਹੋਵੇ, ਮੈਗਨੀਸ਼ੀਅਮ ਹੀ ਖਾਏ, ਇੱਕ ਕੈਪਸੂਲ ਲੈ ਲਵੇ ਮੈਗਨੀਸ਼ੀਅਮ ਦਾ, ਤੇ ਇੰਝ ਸੋਵੇਗਾ ਕਿ ਉਹ ਕਹੇਗਾ ਕਿ ਮੈਂ ਜੰਨਤ 'ਚ ਰਾਤੀ ਫਿਰਦਾ ਰਿਹਾ। ਤੇ ਇਸ ਵਾਸਤੇ ਜਿਨ੍ਹਾਂ ਚੀਜ਼ਾਂ ਵਿੱਚ ਮੈਗਨੀਸ਼ੀਅਮ ਹੈ ਨਾ, ਉਹ ਇਸਤੇਮਾਲ ਕਰੋ। ਰਿਕਵਰੀ ਵਾਲੇ ਦਿਨ, ਉੱਡਣ ਵਾਲੇ ਦਿਨ ਨਹੀਂ। ਇਹ ਨਾ ਹੋਵੇ ਕਿ ਤੁਸੀਂ ਆਪਣਾ ਰੈਸਟ ਵਾਲੇ ਦਿਨ ਉਹਨੂੰ ਮੈਗਨੀਸ਼ੀਅਮ ਦੇ ਦਿੱਤਾ ਤੇ ਅਗਲੇ ਦਿਨ ਕਬੂਤਰ ਸੁੱਤਾ ਹੋਵੇ ਥੱਲੇ ਥੱਲੇ ਫਿਰਦਾ ਹੋਵੇ, ਤੇ ਉਹ ਵੀ ਕੰਮ ਨਹੀਂ। ਮੈਂ ਉਹੀ ਬੇਸਿਕਲੀ ਟਾਈਮਿੰਗ ਵਗੈਰਾ ਤੁਹਾਨੂੰ ਚੀਜ਼ਾਂ ਦੀ ਹੋਣੀ ਚਾਹੀਦੀ, ਕੋਈ ਵੀ ਚੀਜ਼ ਇਸਤੇਮਾਲ ਕਰਨੀ ਹੈ, ਹਾਂ ਨਾ ਹੋਏ, ਉਸ ਤੋਂ ਬਗੈਰ ਸਾਇੰਟੀਫਿਕਲੀ ਵੀ ਕਬੂਤਰਬਾਜ਼ੀ ਦੇਖਣੀ ਹੈ। ਹਾਂ, ਤੁਹਾਨੂੰ ਉਹ ਜਿਹੜੀ ਚੀਜ਼ ਦੇ ਰਹੇ ਉਹਦੇ ਬਾਰੇ ਪੂਰੀ ਮਾਲੂਮਾਤ ਹੋਣੀ ਚਾਹੀਦੀ ਹੈ। ਸਹੀ ਗੱਲ। ਅੱਛਾ, ਜਿਹੜੇ ਕਬੂਤਰ ਨੀਵੀ ਦੇ ਵਿੱਚ ਬੰਦ ਨਹੀਂ ਹੁੰਦੇ, ਕਰਾਚੀ ਵਾਲੇ ਵੀ ਥੱਲੇ ਫਿਰਦੇ ਰਹਿੰਦੇ ਨੇ, ਦੇਖ ਰਹੇ ਹੋ ਤੁਸੀਂ, ਥੱਲੇ ਫਿਰੀ ਜਾ ਰਹੇ ਨੇ 36 ਘੰਟੇ 30 ਘੰਟੇ 40 ਘੰਟੇ। ਔਰ ਨੀਵੀ ਦੇ ਵਿੱਚ ਵੀ ਸਾਡੇ ਵੀ ਕੁਝ ਕਬੂਤਰ ਥੱਲੇ ਰੁਕਦੇ ਨੇ, ਇਸੇ ਤਰ੍ਹਾਂ ਹੀ। ਕੀ ਵਜ੍ਹਾ ਹੈ ਥੱਲੇ ਰੁਕਣ ਦੀ? ਯਾਰ ਸਾਡੇ ਜਿਹੜੇ ਨੇ ਨਾ ਆਪਣੇ, ਇਹ ਤੇ ਮੁਖਤਲਿਫ ਵਜੂਹਾਤ ਹੋ ਸਕਦੀ ਹੈ, ਕਿ ਕਮਜ਼ੋਰੀ ਵੀ ਹੋ ਸਕਦੀ ਹੈ, ਤੇ ਜਾਂ ਹਵਾ ਦਾ ਪ੍ਰੈਸ਼ਰ ਵਗੈਰਾ ਹੋਵੇ ਤੇ ਫੇਰ ਹੀ ਥੱਲੇ ਰੁਕਦੇ ਨੇ। ਅਮੂਮਨ ਹਾਈ ਫਲਾਇਰ ਕਬੂਤਰ ਥੱਲੇ ਨਹੀਂ ਰੁਕਦਾ। ਤੇ ਨੀਵੀਂ ਵਾਲੇ ਜਿਹੜੀ ਉਹਨਾਂ ਦੀ ਤੇ ਖਸਲਤ ਹੈ ਨਾ, ਖੂਨ 'ਚ ਹੀ ਹੈ ਕਿ ਉਹਨਾਂ ਨੇ ਬੰਦ ਹੋਣਾ ਨਹੀਂ। ਲੇਕਿਨ ਹੁਣ ਉਹਨਾਂ ਨੇ ਵੀ ਵਿੱਚ ਟੈਡੀ ਟੂਡੀ ਪਾਏ ਨੇ, ਕਬੂਤਰ ਜਿਹੜੇ ਅੱਛੇ ਖਿਡਾਰੀ ਨੇ ਨਾ, ਉਹਨਾਂ ਨੇ ਟੈਡੀ ਪਾ ਕੇ ਥੋੜਾ ਇਹਨਾਂ ਨੂੰ ਹਾਈਟ ਤੇ ਕੀਤਾ, ਕਿਉਂਕਿ ਥੱਲੇ ਜਦੋਂ ਟੈਂਪਰੇਚਰ ਪੈਂਦਾ ਨਾ, ਤੇ ਫਿਰ ਇਹਨਾਂ ਦੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ, ਮਰਦੇ ਬਹੁਤ ਨੇ। ਤੇ ਇਸ ਵਾਸਤੇ ਉਹਨਾਂ ਵਿੱਚ ਕਰਦੇ ਨੇ ਕਿ ਥੋੜਾ ਹਾਈਟ ਤੇ ਜਾਣ, ਜਿਹੜੇ ਕੋ ਘੰਟੇ ਡੇਢ ਬਾਅਦ ਬਹਾਲੀ ਦੇ ਦੇਣ। ਤੇ ਇਹ ਵਜ੍ਹਾ ਹੋਰ ਆਪਣਾ ਉਂਝ ਨਸਲਾਂ ਦਾ ਹੀ ਫਰਕ ਹੈ। ਉਹ ਆਪਣੀ ਨਸਲ ਤੇ ਉੱਡਦੇ ਨੇ, ਉਹ ਆਪਣੀ ਨਸਲ ਤੇ। ਨੀਵੀਂ ਵਾਲੇ ਨੇ ਸਿੱਧਾ ਚੱਲਣਾ ਹੁੰਦਾ ਹੈ, ਇੱਕ ਇਕੱਠੇ ਇੱਕ ਲੈਵਲ ਤੇ ਚੱਲਣਾ ਹੁੰਦਾ ਹੈ, ਯਾਨੀ ਕਿ 19-20 ਦਾ ਫਰਕ ਨਹੀਂ ਪਾਉਣਾ। ਸਾਡਾ ਹਾਈ ਫਲਾਇਰ ਇੱਕ ਉੱਤੇ ਆ, ਇੱਕ ਥੱਲੇ ਆ, ਇੱਕ ਉਸ ਤੋਂ ਥੱਲੇ ਆ, ਯਾਨੀ ਕਿ ਇਕੱਠੇ ਇੰਜ ਨਹੀਂ ਹੁੰਦੇ। ਹਮੇਸ਼ਾ ਹਾਈ ਫਲਾਇਰ ਸਾਡਾ ਸੀੜੀ ਬਣੇਗਾ, ਕਦੀ ਵੀ ਇੰਜ ਜੁੜ ਕੇ ਨਹੀਂ ਉੱਡੇਗਾ। ਇਹ ਫਰਕ ਹੈਗਾ ਵੇ। ਤੇ ਜਿਹੜੇ ਕਿ ਜੁੜ ਕੇ ਉੱਡਦੇ ਨੇ, ਉਹ ਸਮਝੋ ਵਿੱਚ ਕੋਈ ਨਾ ਕੋਈ ਰੋਲਾ ਹੈ। ਕੁਝ ਕਬੂਤਰ ਆਦਤ ਵੀ ਬਣਾ ਲੈਂਦੇ ਥੱਲੇ ਉੱਡਣ ਦੀ, ਯਾਨੀ ਕਿ ਉਹ ਚਮਕਾਰਾਂ ਦੀ ਕਰ ਰਹੇ ਨੇ, ਆਦਤ ਅੱਧ ਘਰਾਂ 'ਚ ਆ ਗਏ, ਚਮਕਾਰਾਂ 'ਚ ਚਲੇ ਗਏ। ਇਹ ਹੋ ਜਾਂਦਾ ਵੇ, ਲੇਕਿਨ ਕੋਈ ਇੱਕ ਅੱਧਾ ਕਬੂਤਰ ਹੋਏਗਾ ਨਾ, ਸਾਰੇ ਤੇ ਨਹੀਂ ਆਦਤ ਬਣਾਉਣਗੇ। ਯਾਨੀ ਕਿ ਹੁਣ 7 ਉਡਾਏ ਨੇ ਤੇ 7 ਹੀ ਉਹ ਕੰਮ ਕਰਨ, ਤੇ ਇਹ ਤੇ ਹੋ ਨਹੀਂ ਸਕਦੇ। ਮੈਂ ਤੁਹਾਨੂੰ ਦੱਸਿਆ ਨਹੀਂ ਸੀ ਇੱਕ ਦਫਾ, ਅਸੀਂ ਜਿਹਨੂੰ ਕਬੂਤਰ ਨੂੰ ਨੁਸਖਾ ਲਾ ਦਈਏ, ਆਪਣਾ
ਕਸਤੂਰੀ ਵਾਲਾ ਮਜੂਨ ਲਾ ਦਈਏ, ਕਦੀ ਸਾਡਾ ਕਬੂਤਰ ਇਕੱਠਾ ਬੈਠਾ ਨਹੀਂ, ਅੱਧੇ ਅੱਧੇ ਘੰਟੇ ਦਾ ਫਰਕ ਪਾ ਕੇ ਬਹਿਗਾ, ਭਾਵੇਂ ਉਹ ਸਾਰੀ ਜ਼ਿੰਦਗੀ ਇਕੱਠੇ ਹੀ ਉੱਡਦੇ ਹੋਣ, ਇਕੱਠੇ ਨਹੀਂ ਬਹਿਣਗੇ। ਇਹ ਤੇ ਫਾਰਮੂਲੇ ਹੁੰਦੇ, ਤਰੀਕੇ ਹੁੰਦੇ ਨੇ ਨਾ। ਸਹੀ ਗੱਲ ਹੈ। ਹਾਂ ਤੁਸੀਂ ਇਹ ਵੀ ਦੱਸਿਆ ਨੰਗਾ ਡਾਉਣ ਦਾ ਵੀ ਫਨ ਹੈਗਾ। ਬਿਲਕੁਲ ਹੈ ਵੇ, ਉੱਡਦੇ ਨੇ ਕਬੂਤਰ ਨੂੰ ਬੰਦ ਕਰਨਾ ਵੀ ਫਨ ਹੈ। ਬੰਦ ਕਰਨਾ ਵੀ ਫਨ ਹੈ, ਗਰਾਈ ਕਰਵਾਉਣਾ ਕਬੂਤਰ ਨੂੰ ਫਨ ਹੈ, ਕਬੂਤਰ ਨੂੰ ਕੰਟਰੋਲ ਕਰਨਾ ਗਰਮੀ ਦੇ ਵਿੱਚ, ਲੱਤਾਂ ਪਾਰ ਬਿਠਾਉਣਾ ਸਭ ਤੋਂ ਵੱਡਾ ਫਨ ਹੈ।